ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਜਿੱਥੇ ਪੂਰੇ ਦੇਸ਼ ਤੋਂ ਆਗੂ ਪਹੁੰਚੇ ਸਨ ਤਾਂ ਉੱਥੇ ਹੀ ਸ਼੍ਰੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਨਾਲ ਹੀ ਸਪੀਕਰ ਵਿਧਾਨ ਸਭਾ ਵੀ ਸ਼ਾਮਲ ਹੋਏ। ਉਹਨਾਂ ਵੱਲੋਂ ਸਰਦਾਰ ਬਾਦਲ ਦੀਆਂ ਅੰਤਿਮ ਰਸਮਾਂ ਦੇ ਦੌਰਾਨ ਆਪਣੀ ਹਾਜ਼ਰੀ ਲਵਾਈ ਗਈ। ਇਸ ਦੌਰਾਨ ਕੇਂਦਰ ਦੇ ਨਾਲ ਨਾਲ ਪੰਜਾਬ ਦੇ ਨਾਲ ਸੰਬੰਧਿਤ ਹੋਰ ਵੀ ਵੱਡੇ ਕੱਦਾਵਰ ਆਗੂਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਉਹਨਾਂ ਵੱਲੋਂ ਸਰਦਾਰ ਬਾਦਲ ਬਾਰੇ ਕੀ ਕਿਹਾ, ਆਓ ਸੁਣਦੇ ਹਾਂ। ਬਿਲਕੁਲ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਵਰਗੇ ਲੱਖਾਂ ਲੋਕਾਂ ਦੇ ਸਿਆਸੀ ਗੁਰੂ ਰਹੇ ਨੇ। ਉਹਨਾਂ ਦੀਆਂ ਦਿਖਾਈਆਂ ਲੀਹਾਂ ਦੇ ਉੱਤੇ ਬਹੁਤ ਲੋਕਾਂ ਨੇ ਚੱਲਣ ਦੀ ਕੋਸ਼ਿਸ਼ ਕੀਤੀ, ਉਹਨਾਂ 'ਚੋਂ ਅਸੀਂ ਵੀ ਹਾਂ। ਔਰ ਉਹ ਆਪਣੇ ਆਪ ਅੰਦਰ ਇੱਕ ਇੰਸਟੀਟਿਊਸ਼ਨ ਸੀ, ਇੱਕ ਯੋਗਦਾਨ ਹੋਇਆ ਹੈ। ਔਰ ਜਿੰਨਾ ਕੁ ਉਹਨਾਂ ਸਾਨੂੰ ਸਭ ਨੂੰ ਪਿਆਰ ਦਿੱਤਾ ਹੈ, ਅੱਜ ਅਸੀਂ ਜੋ ਕੁਝ ਵੀ ਹਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਕਰਕੇ ਹੀ ਹਾਂ, ਉਹਨਾਂ ਦੀ ਸੋਚ ਔਰ ਉਹਨਾਂ ਤੋਂ ਦਿਖਾਏ ਹੋਏ ਰਸਤੇ ਕਰਕੇ। ਬਿਲਕੁਲ ਲੈ ਕੇ ਆਏ ਜੀ, ਲੈ ਕੇ ਨਹੀਂ ਆਏ, ਉਹਨਾਂ ਨੇ ਸਾਨੂੰ ਪ੍ਰਮੋਟ ਵੀ ਕੀਤਾ। ਔਰ ਮੈਂ ਦੱਸਿਆ ਕਿ ਜਿੱਥੇ ਪਹੁੰਚਾਇਆ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਦਾ। ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹ ਹਰ ਚੀਜ਼ ਸਿੱਖਣ ਵਾਲੀ ਸੀ, ਭਾਵੇਂ ਟਾਈਮ ਦੀ ਮੈਨੇਜਮੈਂਟ ਹੋਵੇ, ਭਾਵੇਂ ਆਪਣੀ ਕੌਮ ਦੀ ਗੱਲ ਕਰਨ ਦੀ ਗੱਲ ਹੋਵੇ, ਭਾਵੇਂ ਸੂਬੇ ਦੀ ਗੱਲ ਕਰਨ ਦੀ ਗੱਲ ਹੋਵੇ, ਔਰ ਭਾਵੇਂ ਆਪਣੀ ਸਿਹਤ ਦੀ ਗੱਲ ਹੋਵੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਬਹੁਤ ਕੁਝ ਅਸੀਂ ਸਿੱਖਿਆ ਹੈ। ਔਰ ਮੈਂ ਕਹੂੰ ਕਿ ਜੋ ਕੁਝ ਵੀ ਸਿੱਖਿਆ ਹੈ, ਔਰ ਕੋਈ ਵੀ ਉਹਨਾਂ ਦੀ ਅਗਰ ਜੀਵਨ ਤੇ ਝਾਤੀ ਮਾਰੇ ਤੇ ਆਪਣੇ ਆਪ ਨੂੰ ਬਹੁਤ ਸੁਭਾਗਿਆ ਸਮਝਦਾ ਕਿ ਉਹਨਾਂ ਦੇ ਵਿਖਾਏ ਰਸਤੇ ਦੇ ਉੱਪਰ ਕੋਈ ਚੱਲ ਸਕੇ। ਕਿਉਂਕਿ ਉਹਨਾਂ ਨੇ ਕੇਵਲ ਆਪਣੇ ਵਾਸਤੇ ਨਹੀਂ, ਇਹ ਬਹੁਤ ਲੋਕ ਠੀਕ ਆ ਜਦੋਂ ਕੋਈ ਰਾਜਨੀਤੀ 'ਚ ਹੁੰਦਾ ਉਹਦੇ ਤੇ ਬਹੁਤ ਮਾੜੀ ਚੰਗੀਆਂ ਗੱਲਾਂ ਵੀ ਉੱਤੇ ਲਾਈ ਜਾਂਦੀਆਂ ਨੇ, ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੋ ਦਰਦ ਸੀ ਨਾ, ਉਹ ਦੇਸ਼ ਦੇ ਅੰਦਰ ਕਿਸੇ ਨੇਤਾ 'ਚ ਨਹੀਂ ਸੀਗਾ। ਉਹਨਾਂ ਦੇ ਮਨ ਦੇ ਅੰਦਰ ਸੱਚੀ ਆਪਣੇ ਸੂਬੇ ਦੇ ਪ੍ਰਤੀ ਭਾਵਨਾ ਸੀ, ਔਰ ਉਸ ਭਾਵਨਾ ਦੇ ਕਰਕੇ ਹੀ ਉਹ ਇੱਥੋਂ ਤੱਕ ਪਹੁੰਚੇ ਨੇ। ਨੈਲਸਨ ਮੰਡੇਲਾ ਦੇ ਤੌਰ ਤੇ ਬਿਲकुल ਮੈਨੂੰ ਯਾਦ ਆ ਕਿ ਜਦੋਂ ਪ੍ਰਧਾਨ ਮੰਤਰੀ ਜੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਅਤਿਸ਼ੋਤੀ नहीं होगी अगर मैं इनको भारत का नैल्सन मंडेला कहूँ, और सच्चाई भी आ। और मैं ਮੰਨਦਾ ਕਿ ਨੈਲਸਨ ਮੰਡੇਲਾ 'ਚ ਕੁਝ ਗੁਣ ਹੋ ਸਕਦੇ ਨੇ, ਪਰ ਪ੍ਰਕਾਸ਼ ਸਿੰਘ ਬਾਦਲ 'ਚ ਉਹਨਾਂ ਤੋਂ ਬਹੁਤ ਜ਼ਿਆਦਾ ਸੀਗੇ, ਬਹੁਤ ਜ਼ਿਆਦਾ ਸੀਗੇ। ਔਰ ਉਹਨਾਂ ਕੋਲੋਂ ਬਹੁਤ ਲੰਬਾ ਸਮਾਂ ਸਾਨੂੰ ਸਾਰਿਆਂ ਨੂੰ ਸਿੱਖਣ ਦਾ ਮੌਕਾ ਮਿਲਿਆ। ਔਰ ਮੈਨੂੰ ਨਿੱਜੀ ਤੌਰ ਤੇ ਬਹੁਤ ਸਮਾਂ ਉਹਨਾਂ ਕੋਲ ਨਾਲ ਰਹਿਣ ਦਾ ਮੌਕਾ ਮਿਲਿਆ, ਇੱਥੇ ਵੀ ਇੰਡੀਆ 'ਚ ਵੀ ਵਿਦੇਸ਼ 'ਚ ਵੀ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ। ਦਿੱਲੀ 'ਚ ਬਹੁਤ ਸਮਾਂ ਮੇਰੇ ਨਾਲ 2012 ਦੀ ਚੁਣਾਵ ਤੋਂ ਬਾਅਦ 12 ਦਿਨ ਤੱਕ ਅਸੀਂ ਇਕੱਠੇ ਰਹੇ, ਔਰ ਬਹੁਤ ਕੁਝ ਮੈਂ ਉਹਨਾਂ ਤੋਂ ਉਸ ਵੇਲੇ ਵੀ ਸਿੱਖਿਆ। ਤੇ ਉਹਨਾਂ ਤੋਂ ਹਰਮੀਤ ਸਿੰਘ ਕਾਲਕਾ ਹੋ ਰਹੀ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਕਿ ਇੰਨੀ ਵੱਡੀ ਸ਼ਖਸੀਅਤ ਬਾਬਾ ਬੋੜ ਦੇ ਨਾਮ ਤੋਂ ਉਹਨਾਂ ਨੂੰ ਛੱਡਿਆ ਜਾਂਦਾ? ਦੇਖੋ, ਨਿਸ਼ਚਿਤ ਤੌਰ ਦੇ ਉੱਤੇ ਕਿ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਔਰ ਖਾਸ ਤੌਰ ਤੇ ਮੈਂ ਸਮਝਦਾ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦਾ। ਔਰ ਉਹਨਾਂ ਕੋਲੋਂ ਹਰ ਮੌਕੇ ਦੇ ਉੱਤੇ, ਹਰ ਕਦਮ ਦੇ ਉੱਤੇ ਜਿਹੜਾ ਸਿੱਖਣ ਨੂੰ ਕੁਝ ਮਿਲਦਾ ਸੀ, ਉਹ ਵਾਕਈ एक सियासी गुरु तो अपने बच्चों को सिखा सकता है। और पूरे देश के किसान की एक बहुत बड़ी शक्ति हुई है। और बादल साहब ने सारी उम्र पंजाब के हित के लिए, देश के हित के लिए, किसान के हितों के लिए अपनी राजनीति करी। और राजनीतिक तौर पे इन्होंने हमेशा किसान को बहुत बड़ी ताकत दी, पंजाब को बहुत बड़ी ताकत दी। आज पूरे देश का किसान और पूरा पंजाब आज बादल साहब के जाने से दुखी है। परमात्मा उनको अपने चरणों में स्थान दे। और बादल साहब के बाद सुखबीर जी भी उन्हीं की रवायत को आगे चलाएं। कोई ऐसा किस्सा जो शेयर करना चाहे, या कोई उनकी शख्सियत से कोई ऐसा कोई किस्सा शेयर करना इंस्पायर की हो? कोई एक किस्सा नहीं है, हम तो परिवार के सदस्य हैं। हमारे परिवार में तो मान के चलो कि हर कोई दुख सुख जिस भी तरह के रहे, बहुत ऐसे ऐसे समय निकले जो आप सोच भी नहीं सकते। बादल साहब जेल में थे, बादल साहब की बेटी की शादी थी, और चौधरी देवीलाल जो है उन्होंने सारी रस्में जो एक बाप की होती है बेटी के लिए वो सारी निभाई। मेरी सिस्टर की शादी थी, चौटाला साहब और चौधरी देवीलाल दोनों जेल में थे। बादल साहब ने सारे जो रिश्ते होते हैं, जो उस वक़्त की रस्में होती है, वो सारी निभाने का काम किया। हमारे तो रोजाना कोई ना कोई इस तरह की चीज़ें रही है एक दूसरे के साथ, जो अपने आप में बहुत बड़ी याद बन करके रही। देखो, एक बहुत बड़ा सियासतदान
ਜਿਹੜੇ ਕਿ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਔਰ ਦੇਸ਼ ਦੇ ਵਿੱਚ ਵੀ ਜਿਹੜੀ ਖੇਤਰੀ ਪਾਰਟੀਆਂ ਨੂੰ ਪ੍ਰੋਮੀਨੈਂਸ ਦਿਵਾਉਣ ਦੇ ਵਿੱਚ ਯਤਨਸ਼ੀਲ ਰਹੇ। ਬਾਕੀ ਆਪਣੀ ਤਰਬੀਅਤ, ਆਪਣੀ ਸਿੱਖਿਆ, ਆਪਣਾ ਧਰਮ ਇਹ ਕਹਿੰਦਾ ਹੈ ਵੀ ਜਦੋਂ ਕਿਸੇ ਇਨਸਾਨ ਦੀ ਅੰਤਿਮ ਰਸਮਾਂ ਹੁੰਦੀਆਂ ਉਹਦੇ ਸ਼ਾਮਲ ਹੋਣਾ ਚਾਹੀਦਾ ਔਰ ਉਹਦੇ ਜਿਹੜੇ ਗੁਣ ਹੁੰਦੇ ਆ ਉਹਨਾਂ ਨੂੰ ਚਿਤਾਰਨਾ ਚਾਹੀਦਾ। इससे कभी नहीं उभरा जा सकता। मुझे लगता है कि एक एरा पॉलिटिक्स का सरदार प्रकाश सिंह बादल जी के साथ आज समाप्त हुआ। कोई किस्सा सर बताना चाहेंगे जिस तरह से चौटाला साहब फार्म हाउस पर भी आते रहते थे? मैं तो ये बोलता हूँ कि हमारे परिवार के मुखिया थे और हमें आज बहुत ਆਪ ਨੂੰ ਤਾਂ ਇੰਨਾ ਜਿਹੜਾ ਵੱਡਾ ਘਾਟਾ ਜਿਹੜਾ ਕੋਈ ਬਿਣਿਆ ਤੋਲਿਆ ਨਹੀਂ ਜਾ ਸਕਦਾ, ਨਾ ਮੂੰਹ ਚੋਂ ਬੋਲਿਆ ਜਾ ਸਕਦਾ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਇੱਕ ਇਹੋ ਜਿਹੀ ਸ਼ਖਸੀਅਤ ਸਨ ਜਿਨ੍ਹਾਂ ਦਾ ਮੁਕਾਬਲਾ ਨਾ ਪਿੱਛੇ ਕਿਸੇ ਲੀਡਰ ਨੇ ਕੀਤਾ, ਨਾ ਮੈਨੂੰ ਆਉਣ ਵਾਲੇ ਸਮੇਂ 'ਚ ਲੱਗਦਾ ਕਰੇਗਾ। ਕਿਉਂਕਿ ਉਹਨਾਂ ਤੋਂ ਤੁਸੀਂ ਹੁਣ ਸਾਰਿਆਂ ਨੇ ਵੇਖ ਲਿਆ, ਟੀਵੀ ਤੇ ਵੀ 3 ਦਿਨ ਹੋ ਗਏ ਇਹੀ ਚੱਲਦਾ ਹੈ, ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਸਿਆਣੇ ਲੋਕ, ਕੋਈ ਇੱਕ ਦੋ ਮੂਰਖ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਸਾਰਿਆਂ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਹੈ, ਸਾਰਿਆਂ ਨੇ ਉਹਨਾਂ ਦੀ ਅਸਲੀਅਤ ਬਿਆਨ ਕੀਤੀ ਹੈ ਕਿ ਸੱਚਾਈ ਕੀ ਸੀ। ਜਿਹੜੇ ਜਮਾਂ ਕੋਈ ਵਿਰੋਧ ਵੀ ਕਰਦੇ ਸੀ ਉਹਨਾਂ ਨੇ ਵੀ ਸੱਚੀਆਂ ਗੱਲਾਂ ਹੁਣ ਦੱਸੀਆਂ ਨੇ ਉਹਨਾਂ ਦੇ ਜਾਣ ਤੋਂ ਬਾਅਦ, ਕਿ ਉਹ ਕਿੰਨਾ ਸਾਰਿਆਂ ਨੂੰ ਪਿਆਰ ਕਰਦੇ ਸੀ, ਕਿੰਨਾ ਸਤਿਕਾਰ ਕਰਦੇ ਸੀ, ਹਰ ਬੰਦੇ ਦੀ ਗੱਲ ਸੁਣਦੇ ਸੀ ਤੇ ਹਰ ਬੰਦੇ ਦਾ ਦੁੱਖ ਦੂਰ ਕਰਦੇ ਸੀ, ਹਰ ਬੰਦੇ ਦੀ ਜਿਹੜੀ ਜਾਇਜ਼ ਗੱਲ ਸੀ ਉਹ ਮੰਨਦੇ ਸੀ। ਈਵਨ ਮੈਂ ਵੀ ਜਦੋਂ 97 ਵਿੱਚ ਮਿਨਿਸਟਰ ਬਣਿਆ, ਮੈਨੂੰ ਬਾਦਲ ਸਾਹਿਬ ਦੀ ਪਹਿਲੀ ਸਿੱਖਿਆ ਇਹੀ ਸੀ ਕਿ ਕਾਕਾ ਜਿਹੜੀ ਇਹ ਸਰਕਾਰ ਹੈ ਹੁਣ ਸਾਰੇ ਲੋਕਾਂ ਦੀ ਹੈ, ਇਹ ਕਾਦੀਆਂ ਦੀ ਨਹੀਂ ਹੈਗੀ, ਇਕੱਲਿਆਂ ਦੀ। ਤੁਹਾਡੇ ਕੋਲ ਕੋਈ ਕੰਮ ਨੂੰ ਆਉਂਦਾ ਹੈ ਕਿਉਂਕਿ ਸਰਕਾਰ ਕੋਲ ਹੀ ਆਉਣਾ ਲੋਕਾਂ ਨੇ, ਹੋਰ ਤਾਂ ਕੋਈ ਰਾਹ ਹੀ ਨਹੀਂ। ਤੁਸੀਂ ਕੋਈ ਕਾਂਗਰਸੀ ਵੀ ਆਉਂਦਾ, ਕੋਈ ਹੋਰ ਪਾਰਟੀ ਦਾ ਬੰਦਾ ਵੀ ਆਉਂਦਾ, ਇਹ ਪੁੱਛਣਾ ਨਹੀਂ ਵੀ ਤੂੰ ਕੌਣ ਹੈ, ਉਹਦਾ ਜਾਇਜ਼ ਕੰਮ ਹੈ ਤਾਂ ਕਰ ਦੇਣਾ, ਨਜਾਇਜ਼ ਭਾਵੇਂ ਕਿਸੇ ਦਾ ਵੀ ਨਾ ਕਰਿਓ। ਸੋ ਇਹੋ ਜਿਹੀ ਸ਼ਖਸੀਅਤ ਬਹੁਤ ਘੱਟ ਹੁੰਦੀ ਹੈ ਜਿਹੜੀ ਪਾਰਟੀ ਪੱਧਰ ਤੋਂ ਉੱਚੇ ਉੱਠ ਕੇ, ਫਿਰ ਉਹਨਾਂ ਨੇ ਸੇਵਾ ਪੰਜਾਬ ਦੀ ਇੰਨੀ ਕੀਤੀ ਆ ਹਰ ਖੇਤਰ ਦੇ ਵਿੱਚ। 70 ਤੋਂ ਲੈ ਲਓ, ਜਦੋਂ ਮੁੱਖ ਮੰਤਰੀ ਬਣੇ ਪਹਿਲੀ ਵਾਰ 70 ਦੇ ਮਈ ਦੇ ਵਿੱਚ ਬਣੇ ਸੀਗੇ, ਉਦੋਂ ਤੋਂ ਲੈ ਕੇ ਜਿੰਨੇ ਵਾਰੀ ਵੀ ਉਹਨਾਂ ਨੂੰ ਟਾਈਮ ਮਿਲਿਆ, ਕਿਸਾਨਾਂ ਦਾ, ਮਜ਼ਦੂਰਾਂ ਦਾ, ਮੁਲਾਜ਼ਮਾਂ ਦਾ, ਹਰ ਵੇਲੇ ਕੁਝ ਨਾ ਕੁਝ ਕੀਤਾ ਉਹਨਾਂ ਨੇ। ਤੇ ਪੰਜਾਬ ਦੀ ਜਿਹੜੀ ਇਹ ਡਿਵੈਲਪਮੈਂਟ ਹੈ, ਮੈਨੂੰ ਤਾਂ ਗੁਜਰਾਤ ਵੀ ਬਹੁਤ ਵਾਰੀ ਜਾਣ ਦਾ ਮੌਕਾ ਮਿਲਿਆ, ਗੁਜਰਾਤ ਵੀ ਆਪਣਾ ਮੁਕਾਬਲਾ ਨਹੀਂ ਕਰਦਾ ਪਿੰਡਾਂ ਦੀ ਡਿਵੈਲਪਮੈਂਟ ਨਾਲ, ਆਪਾਂ ਅੱਗੇ ਆ ਉਹਨਾਂ ਨਾਲ, ਹਾਲਾਂਕਿ ਉਹਦੇ ਨਾਲ ਟੈਕਸਾਂ ਦਾ ਆਪਣਾ ਕੋਈ ਮੁਕਾਬਲਾ ਨਹੀਂ। ਤੇ ਬਾਕੀ ਜਿਹੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਜਿੰਨੀਆਂ ਵੀ ਆਈਆਂ ਨੇ, ਚਾਹੇ ਰਿਫਾਈਨਰੀ ਆਈ, ਚਾਹੇ ਏਮਜ਼ ਆਏ, ਚਾਹੇ ਵੱਡੇ ਵੱਡੇ ਹਵਾਈ ਅੱਡੇ ਆਏ, ਬਿਜਲੀ ਪੂਰੀ ਕੀਤੀ, ਪਿੰਡਾਂ 'ਚ ਫੋਕਲ ਪੁਆਇੰਟ, ਸੇਵਾ ਕੇਂਦਰ, ਕੀ ਗਿਣੀਏ ਤਾਂ ਬਹੁਤ ਵੱਡੇ ਘੰਟੇ ਲੱਗ ਜਾਣੇ ਆ। ਉਹ ਸਾਰੀਆਂ ਚੀਜ਼ਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਤੇ ਸਰਦਾਰ ਬਾਦਲ ਸਾਹਿਬ ਦੀ ਦੇਣ ਹੈ। ਤੇ ਜਿਹੜੀ ਸਭ ਤੋਂ ਵੱਡੀ ਗੱਲ ਕਰ ਗਏ, ਉਹ ਪੰਜਾਬ ਦਾ ਇਤਿਹਾਸ ਵਿਰਸਾ ਸਾਂਭ ਗਏ, ਜਿਹੜਾ ਕਿਸੇ ਨੇ ਨਹੀਂ ਸੋਚਿਆ ਅੱਜ ਤਾਈਂ। ਵਿਰਾਸਤ-ਏ ਖਾਲਸਾ ਬਣਾਇਆ, ਯਾਦਗਾਰਾਂ ਬਣਾਈਆਂ, ਹਰਿਮੰਦਰ ਸਾਹਿਬ ਦਾ ਗਲਿਆਰਾ, ਚੱਪੜ ਚਿੜੀ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਫਿਰ ਸਮਝ ਲਓ ਵੀ ਹਰਿਮੰਦਰ ਸਾਹਿਬ ਦਾ ਗਲਿਆਰਾ, ਬਾਬਾ ਵਾਲਮੀਕੀ ਜੀ ਦਾ ਮੰਦਿਰ, ਗੁਰੂ ਰਵਿਦਾਸ ਜੀ ਦਾ ਮੰਦਿਰ ਗੁਜ਼ਰ ਗਿਆ। ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ, ਸਾਰੇ ਧਰਮਾਂ ਦੀ ਇੱਜ਼ਤ ਕਰਦੇ ਸੀ ਤੇ ਸਾਰੇ ਧਰਮਾਂ ਦੀਆਂ ਚੰਗੀਆਂ ਦੀਆਂ ਯਾਦਗਾਰਾਂ ਬਣਾਈਆਂ ਨੇ। ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਚਾਨਣ ਮੁਨਾਰਾ ਹੋਏਗਾ। ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਤਾਂ ਗੁਣ ਹੀ ਗੁਣ ਸੀਗੇ, ਜੇ ਉਹ ਸਾਰੇ ਗ੍ਰਹਿਣ ਅਸੀਂ ਕਰ ਲਈਏ ਫਿਰ ਤਾਂ ਇੱਥੇ ਕੋਈ ਲੜਾਈ ਝਗੜਾ ਹੀ ਨਹੀਂ ਹੈਗਾ। ਮੈਂ ਕਹਿੰਦਾ ਜੀ ਉਹਨਾਂ ਦੀਆਂ 50% ਗੱਲਾਂ ਵੀ ਮੰਨ ਕੇ ਅਸੀਂ ਚੱਲ ਪਈਏ, ਖਾਸ ਕਰਕੇ ਸਿਆਸੀ ਲੋਕ ਹੈ ਜਿਹੜੇ, ਤੇ ਬਹੁਤ ਲੜਾਈ ਝਗੜੇ ਮੁੱਕ ਸਕਦੇ ਆ। ਪੰਜਾਬ ਹੋਰ ਬਹੁਤ ਤਰੱਕੀ ਕਰ ਸਕਦਾ ਜੇ ਉਹਨਾਂ ਦੇ ਗੁਣਾਂ ਤੇ ਅਸੀਂ ਚੱਲ ਪਈਏ, ਉਹਨਾਂ ਦੀਆਂ ਗੱਲਾਂ ਤੇ ਅਮਲ ਕਰ ਲਈਏ। ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਹਨਾਂ ਦੇ ਜਿਹੜੇ ਕੰਮ ਕੀਤੇ ਉਹਨਾਂ ਨੂੰ ਅੱਗੇ ਤੋਰੀਏ ਤੇ ਉਹਨਾਂ ਦੇ ਜਿਹੜੇ ਗੁਣ ਸੀ ਉਹ ਸਾਰੇ ਗ੍ਰਹਿਣ ਕਰਕੇ ਅਸੀਂ ਵੀ ਕੋਸ਼ਿਸ਼ ਕਰੀਏ ਉਹਨਾਂ ਤੋਂ ਚੱਲਣ ਦੀ। ਇਹੀ ਵੱਡੀ ਸ਼ਰਧਾਂਜਲੀ ਹੋਏਗੀ। ਮੈਂ ਧੰਨਵਾਦ ਕਰਦਾ ਸਾਰੀਆਂ ਸਿਆਸੀ ਪਾਰਟੀਆਂ ਦਾ ਜਿਨ੍ਹਾਂ ਨੇ ਪਾਰਟੀਆਂ ਪੱਧਰਾਂ ਤੋਂ ਉੱਚਾ ਹੋ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੋ ਸੱਚਾਈ ਸੀ ਉਹ ਲੋਕਾਂ ਦੇ ਸਾਹਮਣੇ ਕਹਿਣ ਦੀ ਜੁਰਤ ਕੀਤੀ ਹੈ ਤੇ ਸੱਚੇ ਮਨ ਨਾਲ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਆ ਕੇ। ਮੈਂ ਉਹਨਾਂ ਸਾਰੀਆਂ ਪਾਰਟੀਆਂ ਦਾ, ਸਿਆਸੀ ਪਾਰਟੀਆਂ ਦਾ, ਜਿੰਨੇ ਵੀ ਸਾਡੇ ਹੈਗੇ ਨੇ ਪੰਜਾਬ ਦੇ, ਉਹਨਾਂ ਸਾਰਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਸਰਦਾਰ ਪ੍ਰਕਾਸ਼ ਸਿੰਘ ਨੂੰ ਬਾਦਲ ਨੂੰ ਜੋ ਬਣਦਾ ਮਾਨ ਸਤਿਕਾਰ ਸੀ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਜੀ ਆਪ ਆਏ ਕੱਲ, ਅੱਜ ਵੀ ਵੱਡੇ ਲੀਡਰ ਆ ਰਹੇ ਨੇ, ਨੱਡਾ ਸਾਹਿਬ ਆ ਰਹੇ ਨੇ, ਹਰਿਆਣੇ ਦੇ ਰਾਜਸਥਾਨ ਦੇ ਮੁੱਖ ਮੰਤਰੀ ਆ ਰਹੇ ਨੇ, ਮੋਦੀ ਜੀ ਨੇ ਵੀ। ਇਹ ਪਹਿਲੀ ਵਾਰ ਹੈ ਮੈਨੂੰ ਲੱਗਦਾ ਵੀ ਕਿਸੇ ਮੁੱਖ ਮੰਤਰੀ ਨੂੰ ਜਿਹੜਾ ਸਾਰੇ ਦੇਸ਼ ਦੇ ਵਿੱਚ ਸਨਮਾਨ ਮਿਲਿਆ। ਹੁਣ ਸੈਂਟਰ ਚੋਂ ਚਿੱਠੀ ਕੱਢੀ ਸਾਰੇ ਸੂਬਿਆਂ ਨੂੰ ਕਿ 2 ਦਿਨ ਦਾ ਸੋਗ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾਵੇ। ਇਹ ਵੀ ਮੈਨੂੰ ਲੱਗਦਾ ਪਹਿਲੀ ਵਾਰੀ ਹਿੰਦੁਸਤਾਨ ਦੇ ਵਿੱਚ ਕਿਸੇ ਲੀਡਰ ਨੂੰ ਜੇ ਮਾਨ ਸਤਿਕਾਰ ਮਿਲਿਆ, ਇਹ ਵੀ ਪਹਿਲੀ ਵਾਰੀ ਮਿਲਿਆ। ਮੈਂ ਮੋਦੀ ਜੀ ਦਾ ਵੀ ਧੰਨਵਾਦ ਕਰਦਾ, ਸਾਰੀਆਂ ਸਿਆਸੀ ਪਾਰਟੀਆਂ ਦਾ ਵੀ ਧੰਨਵਾਦ ਕਰਦਾ। ਪਰਮਾਤਮਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਕਿਉਂਕਿ ਉਹਦੀ ਲੋੜ ਹੋਊਗੀ ਉਹਨਾਂ ਨੂੰ ਉੱਥੇ, ਤਾਂ ਹੀ ਸਾਡੇ ਕੋਲ ਲੈ ਗਏ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਮਗਰ ਸੰਗਤ ਨੂੰ
ਅੱਜ ਤੁਹਾਡੇ ਨਜ਼ਦੀਕੀ ਦੀ ਅੰਤਮ ਯਾਤਰਾ ਬਿਲਕੁਲ ਤੁਹਾਡੇ ਨਾਲ ਤਾਂ ਸ਼ੁਰੂਆਤੀ ਦੌਰ 'ਚ ਰਹੇ। ਅੱਜ ਮੇਰੇ ਨਿੱਜ ਦਾ ਸਵਾਲ ਨਹੀਂ, ਨਿੱਜ ਉਹਨਾਂ ਦਾ ਐਸਾ ਸੀ, ਤੁਸੀਂ ਬੱਚੇ ਹੋ, ਹਰ ਬੰਦਾ ਸਮਝਦਾ ਸੀ ਉਹ ਮੇਰਾ ਹੈ। ਇਹ ਉਹਨਾਂ ਨੂੰ ਇੱਕ ਐਸਾ ਪ੍ਰਮਾਤਮਾ ਨੇ ਗੁਣਤਾ ਸੀ, ਸ਼ਾਂਤ ਸੁਭਾਅ, ਕਿਸੇ ਦੀ ਬੁਰਾਈ ਕਰਨਾ ਨਾ, ਹਮੇਸ਼ਾ ਅੱਛੇ ਵਾਸਤੇ ਸੋਚਣਾ, ਗਰੀਬ ਵਾਸਤੇ ਸੋਚਣਾ। ਇਸ ਕਰਕੇ ਜੇ ਕਹੀਏ ਗਰੀਬਾਂ ਦਾ ਮਸੀਹਾ, ਇਨਸਾਨੀਅਤ ਦਾ ਕਦਰਦਾਨ, ਔਰ ਸਾਰੇ ਦੇਸ਼ ਦੇ ਹਰ ਜਿਹੜੀ ਜਾਇਜ਼ ਪ੍ਰੋਬਲਮ ਵਾਸਤੇ ਕੁਰਬਾਨੀ ਕਰਨ ਵਾਲਾ, ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਸਾਰੀ ਜ਼ਿੰਦਗੀ ਲੜਨ ਵਾਲਾ। ਆਜ਼ਾਦੀ ਤੋਂ ਬਾਅਦ 18 ਸਾਲ ਜੇਲ੍ਹ ਕਿਸੇ ਲੀਡਰ ਦੀ ਨਹੀਂ ਹੋਣੀ, 18 ਸਾਲ ਇਹਨਾਂ ਦੀ ਸੀ। ਔਰ ਮੇਰੇ ਵਰਗੇ ਬੰਦੇ ਜਿਹਨਾਂ ਤੋਂ 20 ਸਾਲ ਛੋਟੇ ਆ, 8 ਸਾਲ ਤਾਂ ਸਾਡੀਆਂ ਜੇਲ੍ਹਾਂ ਨੇ। ਜੋ ਵੱਡੇ ਮਸਲੇ ਆਏ, ਭਾਵੇਂ ਉਹ ਧਰਮ ਯੁੱਧ ਮੋਰਚਾ ਸੀ, ਉਹ ਕੀ ਸੀ, ਆਹ ਦਰਿਆਵਾਂ ਦੇ ਪਾਣੀ, ਫੌਜਾਂ ਦੀ ਭਰਤੀ, ਇੰਡਸਟਰੀਆਂ, ਲੋਕਾਂ ਪੰਜਾਬ ਦੀ ਤਰੱਕੀ ਵਾਸਤੇ, ਭਾਵੇਂ ਉਹ ਐਮਰਜੈਂਸੀ ਦਾ ਮੋਰਚਾ ਸੀ, ਜਦੋਂ ਕਿ ਸਾਡੀ ਕਿਸੇ ਲੀਡਰ ਨੂੰ ਫੜਿਆ ਨਹੀਂ ਸੀ। ਅਸੀਂ 18 ਮਹੀਨੇ ਕੈਦਾਂ ਕੱਟਦੇ ਰਹੇ, ਸਾਰੇ ਪਤਾ ਹੀ ਨਹੀਂ ਸੀ ਛੁੱਟਾਂਗੇ ਨਾ ਛੁੱਟਾਂਗੇ। ਸੋ ਬੜੇ ਔਖੇ ਔਖੇ ਸਮਿਆਂ 'ਤੇ ਦ੍ਰਿੜਤਾ ਨਾਲ ਦੇਸ਼ ਵਾਸਤੇ, ਕੌਮ ਵਾਸਤੇ, ਸੂਬੇ ਵਾਸਤੇ ਲੜਾਈਆਂ ਲੜੀਆਂ, ਔਰ ਹਰ ਲੜਾਈ 'ਚ ਗੁਰੂ ਨੇ ਕਿਰਪਾ ਕੀਤੀ, ਜਿੱਤ ਕੇ ਨਿਕਲੇ। ਸੋ ਮੈਂ ਸਮਝਦਾ ਕਿ ਉਹ ਭਾਈ ਤੁਹਾਡਾ ਤੇ ਮੇਰਾ ਨਹੀਂ, ਉਹ ਸਾਰੇ ਦੇਸ਼ ਦਾ ਸੀ, ਸਮੁੱਚੀ ਇਨਸਾਨੀਅਤ ਦਾ ਸੀ। ਪਰਮਾਤਮਾ ਨੇ ਉਹਨਾਂ 'ਤੇ ਐਡੀ ਕਿਰਪਾ ਕੀਤੀ ਸੀ ਕਿ ਉਹ ਜ਼ਿੰਦਗੀ 'ਚ ਮੈਂ ਉਹਨਾਂ ਨੂੰ 70 ਤੋਂ ਤਕਰੀਬਨ 72 'ਚ ਮੈਂ MLA ਬਣ ਗਿਆ ਸੀ। ਲਗਾਤਾਰ ਮੈਂ ਦੇਖਦਾ ਆਉਣਾ, 70 ਤੋਂ ਪਹਿਲੀ ਜੇਲ੍ਹ ਕੱਟੀ ਮੈਂ 70 ਦੀ ਦਿੱਲੀ, ਉਸ ਤੋਂ ਲੈ ਕੇ ਮੈਂ ਸੰਪਰਕ 'ਚ ਹਾਂ। ਅਤੇ ਮੈਂ ਦੇਖਿਆ, ਮੈਂ ਕਦੇ ਉਹਨੂੰ ਕੌੜਾ ਬੋਲਦਾ ਨਹੀਂ ਸੀ ਸੁਣਿਆ ਸੀ, ਮੈਂ ਕਦੇ ਗੁੱਸੇ ਹੁੰਦਾ ਨਹੀਂ ਸੀ ਦੇਖਿਆ। ਜੇ ਉਹ ਕਿਸੇ ਬੰਦਾ ਗਲਤ ਬੋਲਦਾ, ਉਹਦਾ ਜਵਾਬ ਨਹੀਂ ਦਿੰਦੇ, ਚੁੱਪ ਕਰਕੇ ਉੱਠ ਕੇ ਤੁਰ ਜਾਂਦੇ ਜਾਂ ਹੱਸ ਕੇ ਟਾਲ ਦਿੰਦੇ। ਸੋ ਭਾਈ ਇਹੋ ਜਿਹੇ ਇਨਸਾਨ ਦੁਨੀਆ 'ਤੇ ਕਦੇ ਪੈਦਾ ਹੁੰਦੇ ਨੇ। ਸੋ ਗੁਰੂ ਕਿਰਪਾ ਕਰੇ, ਸਾਰੇ ਜੋ ਹੈ ਉਹਨਾਂ ਨੂੰ ਸ਼ਾਂਤੀ ਰੱਬ ਆਪਦੇ ਚਰਨਾਂ 'ਚ ਦੇਵੇ। ਅਤੇ ਅੱਜ ਸਾਰੇ ਦੇਸ਼ ਦੇ ਦੁਨੀਆ, ਮੇਰੇ ਖਿਆਲ ਪਹਿਲਾ ਇਨਸਾਨ ਹੈ ਆਜ਼ਾਦੀ ਤੋਂ ਬਾਅਦ ਜਿਹਨੂੰ ਹਿੰਦੁਸਤਾਨ ਦੀ ਸਰਕਾਰ ਨੇ 2 ਦਿਨ ਸੋਗ ਮਨਾਇਆ ਹੈ। ਪ੍ਰਧਾਨ ਮੰਤਰੀ ਚੱਲ ਕੇ ਆਇਆ ਹੈ ਤੁਰੰਤ, ਔਰ ਇਸ ਤਰ੍ਹਾਂ ਦਾ ਜਿਹੜਾ ਸਨਮਾਨ ਹੈ, ਫਰਜ਼ ਵੀ ਬਣਦਾ ਦੇਣ ਦਾ। ਔਰ ਜਨਤਾ ਨੇ ਵੀ ਜੋ ਸਨਮਾਨ ਦਿੱਤਾ, ਮੈਂ ਧੰਨਵਾਦੀ ਹਾਂ। ਜੋ ਉਹਨਾਂ ਨੇ ਜ਼ਿੰਦਗੀ ਲੜਾਈ ਲੋਕਾਂ ਵਾਸਤੇ ਲੜੀ, ਬੇਤਹਾਸ਼ਾ ਲੋਕ ਪਿਆਰ ਕਰਦੇ ਨੇ, ਰੋਂਦੇ ਨੇ, ਗਰੀਬ ਰੋਂਦੇ ਨੇ। ਔਰ ਜਿਹੜੇ ਸਾਥੀ ਅਸੀਂ, ਉਹ ਤਾਂ ਚਲੋ ਸਾਨੂੰ ਤਾਂ ਹੈ ਹੀ ਕਿ ਇੰਨੇ ਸਾਲ, 50-50 ਸਾਲ ਸਾਥ ਰਹਿਣਾ, ਅਤੇ ਫਿਰ ਸਾਥ ਛੱਡ ਜਾਣਾ, ਅਤੇ ਫਿਰ ਕੋਈ ਨਿੱਕੀਆਂ ਗੱਲਾਂ ਨਹੀਂ ਹੁੰਦੀਆਂ।